ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਨੇ ਨਵੇਕਲੇ ਢੰਗ ਨਾਲ ਮਨਾਇਆ ਗੁਰਪੁਰਬ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਸੁਧਾਰਾਂ ਦੇ ਨਾਮ ਤੇ ਇਹ 3 ਖੇਤੀ ਕਾਨੂੰਨ ਲਿਆਂਦੇ ਆ, ਇਹਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਸੰਘਰਸ਼ ਨੂੰ ਅੱਜ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਨੇ ਤੇ 5 ਦਿਨ ਜਿਹੜੇ ਹੈਗੇ ਆ ਦਿੱਲੀ ਬਾਰਡਰ ਤੇ ਬੈਠੇ ਨੂੰ ਹੋ ਗਏ ਨੇ। ਤੇ ਅੱਜ ਕਿਸਾਨ ਧਿਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਇੱਕ ਨਵੇਕਲੇ ਢੰਗ ਨਾਲ ਮਨਾਇਆ। ਅੰਦੋਲਨ ਦੇ ਵਿੱਚ ਬਾਬੇ ਨਾਨਕ ਦਾ ਨਾਮ ਉਹਨਾਂ ਨੇ ਨਵੇਕਲੇ ਢੰਗ ਨਾਲ ਪੇਸ਼ ਕੀਤਾ। ਅਸੀਂ ਜਾਣਨਾ ਚਾਹਾਂਗੇ ਕਿਸਾਨ ਧਿਰਾਂ ਨੇ ਅੱਜ ਕਿਵੇਂ ਇਹ ਬਾਬੇ ਨਾਨਕ ਦਾ ਜਨਮ ਦਿਹਾੜਾ ਮਨਾਇਆ। ਅਸਲ 'ਚ ਜੇਕਰ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਸੀ ਪਿਛਲੇ ਸਾਲ, ਉਦੋਂ ਵੀ ਇੱਕ ਕ੍ਰਿਸ਼ਮੇ ਵਰਗੀ ਇੱਕ ਚੀਜ਼ ਵਾਪਰੀ। ਉਹ ਇਹ ਸੀ ਕਿ ਦੋ ਸਰਕਾਰਾਂ ਆਪਸ 'ਚ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਡੈਡ ਲੌਕ ਹੈ ਟੋਟਲੀ ਭਾਰਤ ਔਰ ਪਾਕਿਸਤਾਨ ਦੇ ਦਰਮਿਆਨ। ਪਰ ਫਿਰ ਵੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਦਾ ਹੈ ਔਰ ਸਰਕਾਰਾਂ ਮਜਬੂਰ ਹੁੰਦੀਆਂ ਨੇ। ਮੋਦੀ ਸਰਕਾਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ। ਇਹ ਅਲੱਗ ਗੱਲ ਹੈ ਕਿ ਕਰੋਨਾ ਦੇ ਚੱਕਰ 'ਚ ਹੁਣ ਬਾਕੀ ਖੁੱਲ੍ਹ ਗਏ ਤੇ ਅਜੇ ਕਰਤਾਰਪੁਰ ਸਾਹਿਬ ਲਾਂਘਾ ਨਹੀਂ ਖੋਲ੍ਹਿਆ ਦੁਬਾਰਾ, ਜਿਹਦੀ ਕਿ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਧਿਰਾਂ ਵੱਲੋਂ। ਤੇ ਦੂਜਾ ਹੁਣ ਜਿਹੜਾ 551ਵਾਂ ਪ੍ਰਕਾਸ਼ ਦਿਹਾੜਾ ਅੱਜ ਸੀ, ਅੱਜ ਪੰਜਾਬ ਦਾ ਕਿਸਾਨ ਉਸੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੋਇਆ ਤੇ ਉਸੇ ਸੰਗਤ ਤੇ ਪੰਗਤ ਦਾ, ਉਸੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕਣ ਦਾ ਸੰਦੇਸ਼ ਦਿੰਦਾ ਹੋਇਆ ਦਿੱਲੀ ਦੇ ਬਾਰਡਰ ਤੇ ਬੈਠਾ। ਔਰ ਲਗਾਤਾਰ ਉਹ ਕਿਰਤੀ, ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਤੋਂ ਬਾਅਦ ਦਾ ਆਖਰੀ ਜੀਵਨ ਕਰਤਾਰਪੁਰ ਸਾਹਿਬ 'ਚ ਖੇਤੀ ਕਰਕੇ ਗੁਜ਼ਾਰਿਆ ਤੇ ਉਹ ਖੇਤੀ ਨਾਲ ਜੁੜਿਆ ਕਿਸਾਨ ਅੱਜ ਉਸੇ ਸੋਚ ਨੂੰ ਲੈ ਕੇ, ਉਸੇ ਸੋਚ ਦੇ ਪ੍ਰਤੀਕ ਦੇ ਤੌਰ ਤੇ ਬਾਰਡਰ ਤੇ ਬੈਠਾ ਹੈ। ਉੱਥੇ ਉਹਨਾਂ ਨੇ ਅਰਦਾਸ ਵੀ ਕੀਤੀ ਹੈ, ਨਾਮ ਜਪਿਆ ਬੜੇ ਬੈਠ ਕੇ ਪੂਰਾ ਸਮੂਹਿਕ ਤਰੀਕੇ ਦੇ ਵਿੱਚ ਆਪਣੇ ਆਪ ਨੂੰ ਹਲੀਮੀ ਦੇ ਤੌਰ ਤੇ ਪੇਸ਼ ਕੀਤਾ। ਅਰਦਾਸ ਅਜੇ ਵੀ ਕੋਈ ਰੰਜਸ ਵਾਲੀ ਨਹੀਂ ਕੀਤੀ। ਅਰਦਾਸ ਦੇ ਵਿੱਚ ਅੱਜ ਵੀ ਸਰਬੱਤ ਦਾ ਭਲਾ ਹੀ ਹੈ। ਮਤਲਬ ਅਰਦਾਸ ਦੇ ਵਿੱਚ ਅਜੇ ਵੀ ਇਹੀ ਹੈ ਕਿ ਸਾਨੂੰ ਸਮੱਤ ਬਖਸ਼ਣਾ ਤੇ ਨਾਲ ਦੀ ਨਾਲ ਮੋਦੀ ਤੇ ਬਾਕੀ ਲੋਕਾਂ ਨੂੰ ਵੀ ਸਮੱਤ ਬਖਸ਼ਣਾ ਤਾਂ ਕਿ ਉਹ ਗੱਲਬਾਤ ਕਰ ਸਕਣ ਆਲੇ ਦੁਆਲੇ ਦੀ। ਬਾਕੀ ਉਹਨਾਂ ਨੇ ਅਨਾਉਂਸ ਕੀਤਾ, ਐਲਾਨ ਕੀਤਾ ਟੋਟਲੀ। ਹਾਲਾਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਇੰਨਾ ਲੰਮਾ ਸਮਾਂ ਬੈਠਣਾ ਔਰ ਠੰਡ ਦੇ ਮਾਹੌਲ ਦੇ ਵਿੱਚ ਤੇ ਨਾਲ ਆਪਣਾ ਰਾਸ਼ਨ ਪਾਣੀ ਲਿਜਾਣਾ, ਕਿੰਨੇ ਦਿਨ ਚੱਲੇਗਾ ਕਿੰਨੇ ਦਿਨ ਨਹੀਂ, ਪਰ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ। ਪੂਰੇ ਦਿੱਲੀ ਵਾਸੀ ਤੇ ਅਲੱਗ ਆਲੇ ਦੁਆਲਿਆਂ ਨੂੰ ਇਹ ਗੁਰੂ ਨਾਨਕ ਦੇ ਲੰਗਰ ਜਿਹੜੇ ਨੇ ਖੁੱਲ੍ਹੇ ਚੱਲਣਗੇ ਉਸ ਕਿਸਾਨ ਅੰਦੋਲਨ ਦੇ ਵਿੱਚ ਤੇ ਆਉਣ ਜਾਣ ਵਾਲਿਆਂ ਲਈ ਵੀ ਖੁੱਲ੍ਹਾ ਹੋਏਗਾ, ਕੋਈ ਸਾਡੇ ਲਈ ਨਹੀਂ ਹੈ। ਹਾਲਾਂਕਿ ਇਹ ਤੋਂ ਪਹਿਲਾਂ ਵੀ ਉਸੇ ਸੋਚ ਦੇ ਤਹਿਤ ਇਹ ਦਿੱਲੀ ਦੇ ਵਿੱਚ ਇਹ ਸੋਚ ਦੇਖਣ ਨੂੰ ਮਿਲੀ ਹੈ। ਉਸ ਸੋਚ ਦਾ ਪ੍ਰਗਟਾਵਾ ਦੇਖਣ ਨੂੰ ਮਿਲਿਆ ਕਿ ਜਦੋਂ ਜਿਹੜੀ ਪੁਲਿਸ ਨਾਲ ਟਕਰਾਅ ਹੈ ਜਿਹਦੇ ਨਾਲ ਪੈਦਾ ਹੋ ਗਿਆ ਸੀ, ਪਾਣੀ ਦੀਆਂ ਮੁਛਾੜਾਂ ਝੱਲ ਕੇ ਅਥਰੂ ਗੈਸ ਦੇ ਗੋਲਿਆਂ ਦੇ ਬਾਵਜੂਦ, ਤੇ ਉਹ ਪੁਲਿਸ ਵਾਲਿਆਂ ਨੂੰ ਵੀ ਜਦੋਂ ਲੰਗਰ ਛਕਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਹੈ, ਇਹ ਅਸਲ ਸੋਚ ਦਾ ਪ੍ਰਤੀਕ ਹੈ ਕਿ ਪੰਜਾਬ ਲੱਗਦਾ ਕਿ ਮੁੜ ਕੇ ਇੱਕ ਉਹਦੀ ਸਮੂਹਿਕ ਤੌਰ ਤੇ ਜਿਹੜੀ ਚੇਤਨਾ ਹੈ, ਉਹ ਚੇਤਨਾ ਕਿਤੇ ਨਾ ਕਿਤੇ ਇਕਸੁਰ ਹੁੰਦੀ ਨਜ਼ਰ ਆ ਰਹੀ ਹੈ। ਸਿਧਾਂਤਕ ਤੌਰ ਤੇ ਜਿਹੜੇ ਸਿਧਾਂਤ ਦੀ ਕਲਪਨਾ ਜਾਂ ਜਿਹੜੇ ਸਿਧਾਂਤ ਨੂੰ ਇਸ ਧਰਤੀ ਦੇ ਉੱਤੇ ਉਤਾਰਿਆ ਗਿਆ ਸੀ, ਉਹਦੇ ਤੇ ਅਮਲ ਕਰਕੇ ਵੀ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਤੀਆਂ ਗਈਆਂ। ਇਸ ਸੰਘਰਸ਼ ਦਾ ਸ਼ਾਂਤਮਈ ਰਹਿਣਾ, ਇਸ ਸੰਘਰਸ਼ ਦੇ ਵਿੱਚ ਸਰਬੱਤ ਦੇ ਭਲੇ ਦਾ ਹਰਿਆਣੇ ਦੇ ਕਿਸਾਨ, ਯੂਪੀ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਉੱਤਰਾਖੰਡ ਦੇ ਕਿਸਾਨ ਤੇ ਸਾਊਥ ਦੀਆਂ ਸਟੇਟਾਂ ਦੇ ਕਿਸਾਨ ਜੁੜ ਕੇ ਇਕੱਠੇ ਆਉਣੇ ਤੇ ਇੱਕ ਦੂਜੇ ਨਾਲ ਗਲਵੱਕੜੀ ਪਾਉਣਾ। ਉਸ ਸੰਘਰਸ਼ ਦੇ ਵਿੱਚ ਆਮ ਕਿਰਤੀ ਦੇ ਨਾਲ ਦੀ ਨਾਲ ਔਰਤਾਂ ਦਾ ਹੋਣਾ, ਵੱਖ-ਵੱਖ ਟਾਈਪ ਦੇ ਹੋਰ ਸੂਬਿਆਂ ਦੇ ਲੋਕਾਂ ਦਾ ਹੋਣਾ, ਉਹ ਸਰਬੱਤ ਦੇ ਉਸ ਭਲੇ ਦਾ ਪ੍ਰਤੀਕ ਹੈ। ਤੇ ਸ਼ਾਂਤਮਈ ਰੱਖਣ ਦਾ ਵੀ ਅਗਲੇ ਦਿਨਾਂ ਦੇ ਵਿੱਚ ਇੱਕ ਅਹਿਦ ਲਿਆ ਅੱਜ ਵੀ ਕਿ ਅਸੀਂ ਇਹਦੇ ਤੋਂ ਨਹੀਂ ਹਟਾਂਗੇ। ਅਸੀਂ ਸਬਰ ਦੇ ਨਾਲ, ਸੰਜਮ ਦੇ ਨਾਲ, ਸੰਤੋਖ ਦੇ ਨਾਲ, ਸਬਰ ਤੇ ਸੰਤੋਖ 'ਚ ਜਿੰਨੀ ਵੱਡੀ ਤਾਕਤ ਹੁੰਦੀ ਹੈ ਤੇ ਉਨੀ ਸ਼ਾਇਦ ਹੋਰ ਕਿਸੇ 'ਚ ਨਹੀਂ ਹੁੰਦੀ। ਔਰ ਅੱਜ ਕਿਸਾਨ ਜਥੇਬੰਦੀਆਂ ਦੇ ਜਾਂ ਕਿਸਾਨਾਂ ਦੇ ਜਿਸ ਪੂਰੇ ਵੱਡੇ ਸਰਕਲ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਕ ਜਗ੍ਹਾ ਬਾਹਰ ਖੁੱਲ੍ਹੀਆਂ ਸੜਕਾਂ ਤੇ ਬੈਠੇ ਨੇ, ਤਕਲੀਫਾਂ ਬਹੁਤ ਨੇ ਹੋਣਗੀਆਂ ਉਸ ਤਕਲੀਫ ਦੇ ਵਿੱਚ ਵੀ, ਕਿਉਂਕਿ ਇੰਨੀ ਜਗ੍ਹਾ ਬੰਦਿਆਂ ਨੂੰ ਪਾਣੀ ਪੀਣ ਦਾ ਸਵਾਲ ਹੈ, ਨਹਾਉਣ ਧੋਣ ਦਾ ਸਵਾਲ ਹੈ, ਆਲੇ ਦੁਆਲੇ ਹੋਰ ਜਿਹੜੀਆਂ ਜੀਵਨ ਦੀਆਂ ਕਿਰਿਆਵਾਂ ਸੋਧਣ ਦਾ ਸਵਾਲ ਹੈ। ਇਹਦੇ ਸੰਕਟ ਆਉਣੇ ਨੇ ਜਦੋਂ ਵੀ ਕਿਤੇ ਤੁਸੀਂ ਬਾਹਰ ਜਾਂਦੇ ਹੋ, ਕਿਸੇ ਹੋਟਲਾਂ 'ਚ ਨਹੀਂ ਪੈ ਰਹੇ, ਉਹ ਕਿਤੇ ਬਾਕੀ ਜਗ੍ਹਾ ਨਹੀਂ ਜਾ ਰਹੇ। ਇਹਨਾਂ ਸੰਕਟਾਂ ਦੇ ਵਿੱਚ ਧੀਰਜ ਰੱਖਣਾ, ਇਹਨਾਂ ਸੰਕਟਾਂ ਦੇ ਵਿੱਚ ਥੰਮਾ ਰੱਖਣਾ, ਇਹ ਗੁਰੂ ਨਾਨਕ ਦੀ ਸਿੱਖਿਆ ਦਾ ਪ੍ਰਤੀਕ ਹੈ। ਤੇ ਇਸੇ ਪ੍ਰਤੀਕ ਜਿਹੜੀ ਉਹਨਾਂ ਨੇ ਆਪਣੇ ਆਪ ਉਹ ਕੀਤਾ, ਅਰਦਾਸ ਦਾ ਜਿਹੜਾ ਪਹਿਲੂ ਸੀ, ਸ਼ਾਇਦ ਇਹ ਮੁੜ ਦਰੜਿਆਇਆ ਗਿਆ ਅੱਜ। ਤੇ ਇਹ ਇੱਕ ਪ੍ਰਤਿਗਿਆ ਕੀਤੀ ਗਈ ਹੈ
ਕਿ ਅਸੀਂ ਅੱਗੇ ਨੂੰ ਅੰਦੋਲਨ ਇਸ ਰੋਸ਼ਨੀ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ। ਵੱਖ-ਵੱਖ ਜਥੇਬੰਦੀਆਂ ਹੋਣ ਦੇ ਬਾਵਜੂਦ, ਵੱਖ-ਵੱਖ ਝੰਡੇ ਹੋਣ ਦੇ ਬਾਵਜੂਦ, ਵੱਖ-ਵੱਖ ਟਾਈਪ ਦੀ ਵਿਚਾਰਧਾਰਾ ਹੋਣ ਦੇ ਬਾਵਜੂਦ ਇੱਕ ਸਾਂਝਾ ਸੰਦੇਸ਼ ਜਿਹੜਾ ਉੱਥੋਂ ਗਿਆ ਤੇ ਇਹ ਸਰਬੱਤ ਦੇ ਭਲੇ ਦਾ ਸੰਦੇਸ਼ ਸ਼ਾਇਦ ਦੁਨੀਆ ਨੂੰ ਵੀ ਹਮੇਸ਼ਾ ਹੀ ਮਤਲਬ ਰੋਸ਼ਨੀ ਦਿਖਾਉਂਦਾ ਹੈ ਤੇ ਸ਼ਾਇਦ ਹਿੰਦੁਸਤਾਨ ਦੇ ਹੁਕਮਰਾਨਾਂ ਨੂੰ ਵੀ ਮਾੜੀ ਮੋਟੀ ਰੋਸ਼ਨੀ ਆਏਗੀ ਉਸ ਪੱਧਰ ਤੱਕ। ਔਰ ਇਹ ਵਾਕਈ ਅੱਜ ਦਾ ਦਿਨ ਇੱਕ ਖੂਬਸੂਰਤ ਦਿਨ ਹੈ ਤੇ ਇਹ ਕਿਹਾ ਗਿਆ ਸੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਝੁੰਦ ਜਗ ਚਾਨਣ ਹੋਇਆ, ਤੇ ਸ਼ਾਇਦ ਇਹ ਚਾਨਣ ਦੇਸ਼ ਦੇ ਵਿੱਚ ਅੱਜ ਦੇ ਦਿਨ ਤੋਂ ਹੀ ਪਸਰ ਜੇ ਘੱਟੋ ਘੱਟ ਇੱਕ ਮਾਮਲਾ ਉਸ ਰੂਪ ਦੇ ਵਿੱਚ ਸੋਲਵ ਹੋਏ ਤਾਂ ਇਹ ਤਰੀਕਾ ਸੀ ਜਿਹੜਾ ਮਨਾਉਣ ਦਾ। ਖੁੱਲੇ ਲੰਗਰ ਦਾ ਸੰਕਟ ਦੇ ਬਾਵਜੂਦ ਸੁਨੇਹਾ ਦੇਣਾ, ਸਰਬੱਤ ਦੇ ਭਲੇ ਦਾ, ਅਮਨ ਸ਼ਾਂਤੀ ਦਾ, ਸਾਰੇ ਲੋਕਾਂ ਨੂੰ ਮੁਹੱਬਤ ਦਾ ਸੁਨੇਹਾ ਦੇਣਾ, ਇਹ ਬਾਰਡਰ ਤੇ ਲੜਾਈ ਦੇ ਦੌਰਾਨ ਵੀ ਕੀਤਾ ਜਾ ਸਕਦਾ ਹੈ। ਇਹ ਕਿਸਾਨਾਂ ਨੇ ਦੱਸਿਆ ਉਸ ਲੈਵਲ ਤੇ। ਹਮੀਰ ਸਿੰਘ ਜੀ, ਜਿਵੇਂ ਕਿਸਾਨੀ ਅੰਦੋਲਨ ਬਾਰੇ ਤੁਸੀਂ ਦੱਸਿਆ, ਹੁਣ ਗੱਲ ਕਰੀਏ ਕੇਂਦਰ ਸਰਕਾਰ ਦੇ ਰਵੱਈਏ ਦੀ। ਕੇਂਦਰ ਸਰਕਾਰ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਲਈ ਜਿਹੜਾ ਹੈਗਾ ਸੱਦਾ ਦੇ ਰਿਹਾ, ਚਾਹੇ ਉਹ ਸ਼ਰਤਾਂ ਦੇ ਆਧਾਰ ਤੇ ਦੇ ਰਿਹਾ, ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਵੀ ਕਿ ਅਸੀਂ ਬਿਨਾਂ ਸ਼ਰਤ ਜਿਹੜਾ ਹੈਗਾ ਗੱਲਬਾਤ ਕਰਨ ਲਈ ਤਿਆਰ ਹਾਂ, ਅਸੀਂ ਕਿਸੇ ਸ਼ਰਤ ਤੇ ਗੱਲਬਾਤ ਨਹੀਂ ਕਰਾਂਗੇ। ਦੂਜੇ ਪਾਸੇ ਕੇਂਦਰ ਸਰਕਾਰ ਦੇ ਕੁਝ ਮੰਤਰੀ, ਕੁਝ ਭਾਜਪਾ ਦੇ ਆਗੂ ਜਿਹੜੇ ਹੈ ਹਲੇ ਵੀ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਵੀ ਕਿ ਇਹ ਖੇਤੀ ਕਾਨੂੰਨ ਜਿਹੜੇ ਹੈਗੇ ਆ ਇਹ ਕਿਸਾਨਾਂ ਲਈ ਲਾਹੇਵੰਦ ਨੇ, ਇਸ ਨਾਲ ਕਿਸਾਨਾਂ ਦੀ ਮੁਸ਼ਕਲਾਂ ਘਟਣਗੀਆਂ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਜਿਹੜੇ ਬੰਦੇ, ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਲਾਹੇਵੰਦ ਨੇ, ਪ੍ਰਧਾਨ ਮੰਤਰੀ ਕਹਿ ਰਿਹਾ ਲਾਹੇਵੰਦ ਨੇ, ਖੇਤੀ ਮੰਤਰੀ ਕਹਿ ਰਿਹਾ, ਇਹਨਾਂ ਸਾਰੇ ਬੰਦਿਆਂ ਦਾ ਚੋਂ ਕਿਸੇ ਦਾ ਵੀ ਖੇਤੀ ਨਾਲ ਕੋਈ ਸੰਬੰਧ ਨਹੀਂ ਹੈ, ਕਿਸੇ ਦਾ ਖੇਤੀ ਦੀ ਬੈਕਗਰਾਉਂਡ ਨਾਲ ਸੰਬੰਧ ਨਹੀਂ ਹੈ। ਜਿਹੜੇ ਖੇਤੀ ਕਰਦੇ ਬੰਦੇ ਨੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਆਪਦਾ ਮੋਰਚਾ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਭਾਰਤੀ ਕਿਸਾਨ ਸੰਘ ਹੈ, ਉਹਦੇ ਤੋਂ ਹੀ ਕਹਾ ਦੇਣ ਘੱਟੋ ਘੱਟ ਵੀ ਇਹ ਸਾਡੇ ਫੇਵਰ ਦੇ ਵਿੱਚ ਨੇ, ਬਾਕੀ ਤਾਂ ਛੱਡੋ ਬਾਕੀ ਕਿਸਾਨਾਂ ਨੂੰ। ਭਾਰਤੀ ਕਿਸਾਨ ਸੰਘ ਦੇ ਪ੍ਰਧਾਨ, ਜਨ ਸੈਕਟਰੀ, ਰਾਸ਼ਟਰੀ ਪੱਧਰ ਤੇ ਜੋ ਹੈ, ਉਹਨਾਂ ਨੂੰ ਸਟੇਜ ਤੇ ਲਿਆ ਕੇ ਤੁਸੀਂ ਉਹਨਾਂ ਵੱਲੋਂ ਕਹਾਓ ਕਿ ਇਹ ਸਾਡੇ ਪੱਖ 'ਚ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਤੇ ਤੁਸੀਂ ਮੰਨ ਲਓ। ਉਹ ਇਹਦਾ ਵਿਰੋਧ ਕਰ ਰਹੇ ਨੇ ਤਾਂ ਤੁਸੀਂ ਕਿਹਨੂੰ ਮੂਰਖ ਬਣਾਉਣ ਦੀ ਬਾਰ-ਬਾਰ ਟਰਾਈ ਕਰ ਰਹੇ ਹੋ? ਇੱਕੋ ਗੱਲ ਨੂੰ ਬਾਰ-ਬਾਰ ਬੋਲ ਕੇ ਉਹਨੂੰ ਸਾਬਤ ਕਰਨਾ, ਜੇ ਬਾਰ-ਬਾਰ ਨਹੀਂ, ਇਹ ਥੱਲੀ ਜਿਵੇਂ ਕਹਿੰਦੇ ਨੇ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਤੁਸੀਂ ਨੋਟਬੰਦੀ ਤੇ ਬਾਰ-ਬਾਰ ਇਹ ਠੀਕ ਹੈ ਕਰਕੇ ਦੁਬਾਰਾ ਵੋਟਾਂ ਲਈਆਂ, ਉਹ ਚੱਲ ਗਿਆ। ਤੁਸੀਂ GST ਤੇ ਬਾਰ-ਬਾਰ ਉਸੇ ਗੱਲ ਦੇ ਵਿੱਚ ਚੱਲ ਗਿਆ। ਪਰ ਹੁਣ ਇਹ ਚੇਤਨਾ ਜਿਹੜੀ ਸਮੂਹਿਕ ਚੇਤਨਾ ਦਾ ਹਿੱਸਾ ਬਣ ਗਈ ਹੈ, ਜਦੋਂ ਪਿੰਡ-ਪਿੰਡ ਹਰ ਸੱਥ ਦੇ ਵਿੱਚ, ਹਰ ਚੁੱਲ੍ਹੇ ਦੇ ਉੱਤੇ ਇੱਕ ਚੇਤਨਾ ਦਾ ਪ੍ਰਸਾਰ ਹੋਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਇਹ ਚੀਜ਼ਾਂ ਬਰਗਲਾਉਂਦੀਆਂ ਨਹੀਂ ਹੈ, ਉਦੋਂ ਇਹ ਚੀਜ਼ਾਂ ਨਹੀਂ ਹੈ। ਤੁਹਾਡੇ ਨਾਲ ਕਿਸਾਨਾਂ ਨੇ ਗੱਲ ਕੀਤੀ, ਪਹਿਲੀ ਵਾਰ ਬਿਊਰੋਕਰੇਟ ਆਏ, ਉਹਨਾਂ ਨਾਲ ਲੌਜੀਕਲੀ ਗੱਲ ਕੀਤੀ, ਫਿਰ 3 ਮੰਤਰੀ ਬੈਠੇ ਤੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨਾਲ ਲੌਜੀਕਲੀ ਗੱਲ ਕੀਤੀ ਕਿ ਦਿਓ ਜੀ ਦਲੀਲ ਤੁਹਾਡੀ ਕੀ ਹੈ। ਤੁਹਾਡੇ ਕੋਲ ਕੋਈ ਦਲੀਲ ਨਹੀਂ ਹੈ ਸਾਹਮਣੇ, ਤੇ ਜੇ ਸਾਹਮਣੇ ਕੋਈ ਦਲੀਲ ਨਹੀਂ ਹੈ ਤਾਂ ਪਿੱਛੇ ਤੁਸੀਂ ਮਨ ਕੀ ਬਾਤ ਕਰਦੇ ਰਹੋ, ਆਪਣੇ ਦਫ਼ਤਰ 'ਚੋਂ ਪ੍ਰਚਾਰ ਕਰਦੇ ਰਹੋ, ਆਪਣੇ ਸਪੀਚਾਂ ਦੇ ਵਿੱਚ ਚਾਹੇ ਲਾਈਵ ਟੈਲੀਕਾਸਟ ਕਰਦੇ ਰਹੋ, ਉਹਦਾ ਕੋਈ ਮਤਲਬ ਨਹੀਂ ਹੈ। ਡੈਮੋਕ੍ਰੈਟਿਕ ਸੈਟਅਪ ਦੇ ਵਿੱਚ, ਜਮਹੂਰੀ ਪ੍ਰਬੰਧ ਦੇ ਵਿੱਚ ਜੇ ਤੁਹਾਨੂੰ ਲੱਗੇ ਕਿ ਇਹ ਇੱਕ ਬੜੀ ਵੱਡੀ ਧਿਰ ਹੈ, ਉਹਦੇ ਪੱਖ ਦੇ ਵਿੱਚ ਅਸੀਂ ਕਾਨੂੰਨ ਲਿਆਂਦੇ ਨੇ, ਤਾਂ ਤੁਹਾਡਾ ਪਹਿਲਾਂ ਹੀ ਫਰਜ਼ ਨਹੀਂ ਸੀ ਬਣਦਾ ਕਿ ਤੁਸੀਂ ਕਾਨੂੰਨ ਲਿਆਉਣ ਤੋਂ ਪਹਿਲਾਂ ਉਹਨਾਂ ਨਾਲ ਚਰਚਾ ਕਰਦੇ? ਜੇ ਕਾਨੂੰਨ ਲਿਆਉਣ ਤੋਂ ਪਹਿਲਾਂ ਚਰਚਾ ਨਹੀਂ ਕੀਤੀ, ਜਦੋਂ ਉਹ ਇਤਰਾਜ਼ ਕਰਦੇ ਨੇ ਅਖਬਾਰਾਂ ਰਾਹੀਂ, ਮੀਡੀਆ ਰਾਹੀਂ ਜਾਂ ਆਪਣੀਆਂ ਰੈਲੀਆਂ ਰਾਹੀਂ, ਉਦੋਂ ਵੀ ਤੁਸੀਂ ਇਹ ਜ਼ਰੂਰਤ ਨਹੀਂ ਸਮਝੀ ਉਹਨਾਂ ਕੋਲ ਗੱਲ ਕੀਤੀ ਜਾਏ। ਫਿਰ ਉਹ ਸੜਕਾਂ ਤੇ ਬੈਠਦੇ ਨੇ, ਟੋਲ ਪਲਾਜੇ ਅਡਾਨੀ ਅੰਬਾਨੀ ਸਾਰੇ ਉਹ ਬੰਦ ਕਰ ਦਿੰਦੇ ਨੇ, ਰੇਲਵੇ ਲਾਈਨਾਂ ਤੇ ਬੈਠਦੇ ਨੇ। ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਸਟੇਟ ਦੀ ਵੱਡੀ ਟੀਮ ਚੋਂ ਕੁਝ ਬੰਦੇ ਅਸਤੀਫੇ ਦਿੰਦੇ ਨੇ, ਜਿਹੜੀ ਉਹ ਕਮੇਟੀ ਬਣਾਉਂਦੇ ਨੇ। ਉਦੋਂ ਬਾਅਦ ਉਹ ਕਮੇਟੀ ਜਾ ਕੇ ਰੋਂਦੀ ਹੈ ਉੱਥੇ ਕਿ ਗੱਲ ਕਰੋ, ਤਾਂ ਤੁਸੀਂ ਪਹਿਲੀ ਗੱਲਬਾਤ ਦਾ ਸੱਦਾ ਦਿੰਦੇ ਹੋ। ਤੇ ਦੂਜੀ ਗੱਲਬਾਤ ਫਿਰ ਜਦੋਂ ਤੁਸੀਂ ਫਿਰ ਵੀ ਨਹੀਂ ਮੰਨਦੇ, ਉਹਦੇ 'ਚ ਕੁਝ ਨਹੀਂ ਹੁੰਦਾ, ਤੇ ਉਸ ਤੋਂ ਬਾਅਦ ਹਜ਼ਾਰਾਂ ਲੱਖਾਂ ਕਿਸਾਨ ਦਿੱਲੀ ਨੂੰ ਕੂਚ ਕਰਦਾ। ਪਹਿਲਾਂ ਕਿਹਾ ਉਹਨਾਂ ਨੇ ਤੁਹਾਡੇ ਤੋਂ ਪਰਮਿਸ਼ਨ ਮੰਗੀ ਕਿ ਸਾਨੂੰ ਰਾਮਲੀਲਾ ਗਰਾਊਂਡ ਦੇ ਦਿਓ, ਤੁਸੀਂ ਅਲੱਗ-ਅਲੱਗ ਆਨੇ ਬਹਾਨੇ ਉਹਨਾਂ ਨੂੰ ਇਨਕਾਰ ਕਰ ਦਿੰਦੇ ਹੋ। ਤੇ ਉਸ ਇਨਕਾਰ ਤੋਂ ਬਾਅਦ ਫਿਰ ਵੀ ਉਹ ਫੈਸਲਾ ਕਰਦੇ ਨੇ ਕਿ ਚਲੋ ਅਸੀਂ ਬਾਰਡਰ ਦਿੱਲੀ ਨੂੰ ਜਾਵਾਂਗੇ। ਫਿਰ ਤੁਸੀਂ ਰਸਤੇ 'ਚ, ਜਿਵੇਂ ਸਰਹੱਦ ਹੈ ਜਿੱਥੇ ਕੰਡਿਆਲੀ ਤਾਰ ਲਾਈ ਜਾਂਦੀ ਹੈ ਦੂਜੇ ਵਿਰੋਧੀ ਦੇਸ਼ ਦੇ ਨਾਲ, ਤੇ ਜਿਵੇਂ ਉੱਥੇ ਵੱਡੇ-ਵੱਡੇ ਪੱਥਰ ਰੱਖ ਕੇ, ਵੱਡੀਆਂ-ਵੱਡੀਆਂ ਮਿੱਟੀ ਦੇ ਥੜੇ ਬਣਾ ਕੇ, ਉਸ ਟਾਈਪ ਦੀਆਂ GT ਰੋਡ ਦੇ ਉੱਤੇ ਤੁਸੀਂ ਖਾਈਆਂ ਪਾ ਕੇ ਇਹ ਸਾਰਾ ਕੁਝ ਕਰ ਰਹੇ ਹੋ, ਤਾਂ ਤੁਸੀਂ ਕਹਿ ਰਹੇ ਹੋ ਸਾਡਾ ਐਲਾਨੇ ਜੰਗ ਹੈ ਕਿਸਾਨਾਂ ਦੇ ਖਿਲਾਫ। ਤੁਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਤੁਸੀਂ ਕਿਸਾਨ ਦੇ ਨਾਲ ਜੰਗ ਡਿਕਲੇਅਰ ਕਰ ਰਹੇ ਹੋ। ਤਾਂ ਉਸ ਜੰਗ ਨੂੰ ਕਿਸਾਨ ਫਿਰ ਕਹਿੰਦਾ ਕਿ ਹਾਂ ਠੀਕ ਹੈ, ਫਿਰ ਜੰਗ ਹੈ ਤਾਂ ਜੰਗ ਦੀ ਤਰ੍ਹਾਂ ਸਹੀ। ਤੇ ਉਹ ਜਿਹੜੇ ਰਸਤੇ ਦੀਆਂ ਰੁਕਾਵਟਾਂ ਨੇ ਉਹ ਟੁੱਟ ਜਾਂਦੀਆਂ ਨੇ। ਟੁੱਟ ਕੇ ਜਾ ਕੇ ਜਦ ਲਾਸਟ ਤੇ ਉਹ ਬਹਿੰਦੇ ਨੇ, ਫਿਰ ਤੁਸੀਂ ਕਹਿੰਦੇ ਹੋ ਇੱਕ ਗਰਾਊਂਡ 'ਚ ਆ ਜਾਓ।
ਤੇ ਗਰਾਊਂਡ ਦੀ ਸ਼ਰਤ ਲਾਉਂਦੇ ਹੋ ਕਿ ਪਹਿਲਾਂ ਗਰਾਊਂਡ 'ਚ ਆ ਜਾਓ, ਗੱਲਬਾਤ ਤਾਂ ਹੋਏਗੀ। ਹਾਰੀ ਹੋਈ ਧਿਰ ਸ਼ਰਤਾਂ ਨਹੀਂ ਲਾਉਂਦੀ ਕਦੇ। ਪਹਿਲੀ ਲੜਾਈ ਮੋਦੀ ਸਰਕਾਰ ਹਾਰ ਚੁੱਕੀ ਹੈ, ਇਸ ਤਰ੍ਹਾਂ ਹਾਰ ਚੁੱਕੀ ਹੈ ਕਿ ਤੁਹਾਡੀਆਂ ਰੋਕਾਂ ਨੇ ਕੰਮ ਨਹੀਂ ਕੀਤਾ। ਦੂਜੀ ਗੱਲ ਇਹ ਹੈ ਕਿ ਇਹ ਅੰਦੋਲਨ ਫੈਲ ਰਿਹਾ ਹੈ, ਇਹ ਹੁਣ ਪੰਜਾਬ ਦਾ ਅੰਦੋਲਨ ਨਹੀਂ ਹੈ। ਰੋਕਾਂ ਸਭ ਤੋਂ ਪਹਿਲਾਂ ਹਰਿਆਣੇ ਦੇ ਕਿਸਾਨਾਂ ਨੇ ਤੋੜੀਆਂ, ਉਦੋਂ ਬਾਅਦ ਪੰਜਾਬ ਦਾ ਕਿਸਾਨ ਪਿੱਛੇ ਗਿਆ। ਹਰਿਆਣੇ ਤੇ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਗੱਲ ਬੱਕੜੀ ਪੈ ਗਈ ਹੈ ਤੇ ਉਹ ਲੰਗਰ ਲਿਆ ਰਹੇ ਨੇ ਲੋਕਲ ਲੈਵਲ ਤੇ। ਹੁਣ ਯੂਪੀ ਦਾ ਕਿਸਾਨ ਆ ਕੇ ਇੱਕ ਬਾਰਡਰ ਤੇ ਬਹਿ ਗਿਆ, ਉਧਰੋਂ ਰਾਜਸਥਾਨ ਦਾ ਆ ਰਿਹਾ ਤੇ ਇੱਧਰ ਮੇਰਠ ਤੋਂ ਪਿੱਛੋਂ ਯੂਪੀ ਦੇ ਹੋਰ ਕਾਫਲੇ ਚੱਲੇ ਹੋਏ ਨੇ ਤੇ ਉਧਰੋਂ ਉੱਤਰਾਖੰਡ ਤੋਂ ਆ ਗਿਆ, ਹਿਮਾਚਲ ਤੋਂ ਚਲਾ ਗਿਆ, ਸਾਊਥ ਇੰਡੀਆ ਤੋਂ ਕਿਸਾਨ ਚੱਲ ਪਿਆ। ਤੇ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਲੀਡਰ ਨੇ, ਦੁਨੀਆ ਭਰ ਚ ਇੰਨੀਆਂ ਚਿੱਠੀਆਂ ਚਲੀਆਂ ਗਈਆਂ ਨੇ ਆਪਣੇ ਆਪਣੇ ਨੁਮਾਇੰਦਿਆਂ ਨੂੰ, ਹਰੇਕ ਦੇਸ਼ ਦੇ ਨੂੰ, ਕਿ ਉੱਥੇ ਕੀ ਹੋ ਰਿਹਾ ਹੈ। ਔਰ ਉਹ ਦੁਨੀਆ ਦੇ ਲੀਡਰ ਬਿਆਨ ਦੇ ਰਹੇ ਨੇ ਕਿ ਭਾਰਤ ਦੀ ਸਰਕਾਰ ਕੀ ਕਰ ਰਹੀ ਹੈ, ਕਿਸਾਨਾਂ ਨਾਲ ਅਤਿਆਚਾਰ ਕਰ ਰਹੀ ਹੈ। ਗਲੋਬਲ ਇਸ਼ੂ ਬਣ ਚੁੱਕਿਆ ਉਸ ਪੱਧਰ ਦੇ ਉੱਤੇ। ਫਿਰ ਵੀ ਪ੍ਰਧਾਨ ਮੰਤਰੀ ਵੱਲੋਂ ਬਾਰ-ਬਾਰ ਇਹ ਗੱਲ ਕਹਿਣਾ ਕਿ ਕਾਨੂੰਨ ਤੁਹਾਡੇ ਫਾਇਦੇ 'ਚ ਨੇ, ਤੁਹਾਨੂੰ ਫਾਇਦਾ ਦੇਣਾ ਸ਼ੁਰੂ ਹੋ ਗਿਆ। ਮੰਨ ਲਓ ਉਹਨਾਂ ਦੀ ਗੱਲ 'ਚ ਕੋਈ ਮੈਂ ਮੰਨ ਲੈਣਾ 2% ਤੰਤ, ਪਰ ਜਿਹੜੇ ਜਦੋਂ ਪੂਰੀ ਦੀ ਪੂਰੀ ਇੱਕ ਸਮੂਹਿਕ ਟੀਮ ਜਿਹਦੇ ਨਾਲ 60 ਕਰੋੜ ਲੋਕ ਜੁੜੇ ਹੋਏ ਨੇ, ਉਹ ਕਹਿੰਦੇ ਵੀ ਤੇਰੇ ਤੋਹਫੇ ਦੀ ਸਾਨੂੰ ਲੋੜ ਨਹੀਂ ਹੈ। ਤੁਸੀਂ ਜ਼ਬਰਦਸਤੀ ਤੋਹਫਾ ਕਿਉਂ ਧੱਕੀ ਜਾ ਰਹੇ ਹੋ ਜਿਹਦੀ ਉਹਨੂੰ ਲੋੜ ਹੀ ਨਹੀਂ ਹੈ? ਉਹਨੂੰ ਕਿਉਂ ਦੇਈ ਜਾ ਰਹੇ ਹੋ? ਜਿਹੜਾ ਕਹਿੰਦਾ ਮੈਨੂੰ ਨਹੀਂ ਤੇਰੀ ਲੋੜ, ਤੂੰ ਇਹਨੂੰ ਵਾਪਸ ਲੈ ਲੈ। ਇਹੋ ਜਿਹਾ ਕੋਈ ਧੱਕੇ ਦਾ ਤੋਹਫਾ ਦੇਣ ਵਾਲਾ ਮੈਨੂੰ ਤਾਂ ਕਿਤੇ ਦੁਨੀਆ 'ਚ ਬੰਦਾ ਦੇਖਿਆ ਨਹੀਂ, ਜਾਂ ਕੋਈ ਪਾਵਰਫੁਲ ਬੰਦਾ ਹੋਵੇ ਜਾਂ ਬਾਕੀ ਕਿ ਨਹੀਂ ਤਾਂ ਦੇਣਾ ਹੀ ਹੈ ਜੀ। ਕਿਉਂ ਦੇਣਾ? ਇੰਨੀ ਵਧੀਆ ਚੀਜ਼ ਤੁਸੀਂ ਆਪਣੇ ਕੋਲ ਰੱਖ ਲਓ, ਕਿਤੇ ਹੋਰ ਲਾ ਲਿਓ, ਹੋਰ ਵਰਤ ਲਿਓ ਜੇ ਬੰਦੇ ਨਹੀਂ ਬਣਨ ਲਈ ਤਿਆਰ। ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਕੰਡੀਸ਼ਨ ਲਾਉਣੀ ਗੱਲਬਾਤ 'ਚ, ਤੇ ਗੱਲਬਾਤ ਲਈ ਉਹ ਕੰਡੀਸ਼ਨ ਵੀ ਹਟਾ ਦਿਓ। ਸੱਦ ਲਓ, ਮੰਨ ਲਓ ਤੁਸੀਂ 3 ਦਸੰਬਰ ਨੂੰ ਸੱਦਣ ਦੀ ਗੱਲ ਕਰਦੇ ਹੋ, ਤੇ ਉਹਦੇ ਨਾਲ ਨਾਲ ਰੋਜ਼ ਬਿਆਨ ਦਿਓ ਤੁਸੀਂ ਕਿ ਠੀਕ ਹੈ ਕਿਸਾਨ ਗਲਤ ਨੇ। ਔਰ ਪ੍ਰਧਾਨ ਮੰਤਰੀ ਬਿਆਨ ਦੇ ਰਿਹਾ ਕਿ ਵਿਰੋਧੀ ਧਿਰ ਦੇ ਚੱਕੇ ਹੋਏ ਬੰਦੇ ਨੇ। ਮਤਲਬ ਇਸ ਲੈਵਲ ਦਾ ਝੂਠ ਸ਼ਰੇਆਮ ਜੱਗ ਜ਼ਾਹਰ ਨਹੀਂ ਚੱਲ ਸਕਦਾ ਪ੍ਰਧਾਨ ਮੰਤਰੀ ਦੇ ਮੂੰਹੋਂ। ਔਰ ਵਿਰੋਧੀ ਧਿਰ ਤਾਂ ਦੂਰ ਦੀ ਗੱਲ ਹੈ, ਕਿਸਾਨ ਅੰਦੋਲਨ ਨੇ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਮੰਚ ਤੇ ਆਉਣ ਤੱਕ ਨਹੀਂ ਦਿੱਤਾ। ਇਹ ਤਾਂ ਬਾਅਦ ਦੀ ਗੱਲ ਹੈ ਕਿ ਜੀ ਉਹ ਆ ਕੇ ਉੱਥੇ ਕੀ ਕਰਦੇ ਨੇ, ਕੋਈ ਇਹਨੂੰ ਚੱਕੇ ਕੋਈ ਨਹੀਂ। ਅਗਲੀ ਗੱਲ ਤੁਸੀਂ ਕੀ ਕਹਿ ਰਹੇ ਹੋ, ਇੱਕ ਹੋਰ ਇਹਦੇ 'ਚ ਇਲਜ਼ਾਮ ਲਾ ਰਹੇ ਹੋ, ਪੰਜਾਬ ਦੀ ਸਮੁੱਚੀ ਕਿਸਾਨੀ ਜਿਹੜੀ ਸਾਰੇ ਦੇਸ਼ ਦਾ ਢਿੱਡ ਭਰਦੀ ਹੈ, ਤੇ ਉਹਦੇ ਬੱਚੇ, ਨੌਜਵਾਨ ਬੱਚੇ ਜਿਹੜੇ ਬਾਰਡਰ ਤੇ ਖੜੇ ਨੇ, ਜਿਹੜੇ ਦੇਸ਼ ਦੀ ਰੱਖਿਆ ਲਈ ਕਰਦੇ ਨੇ, ਰੋਜ਼ ਸ਼ਹੀਦ ਹੋ ਰਹੇ ਨੇ, ਉਹਨੂੰ ਤੁਸੀਂ ਬੇਵਕੂਫ ਕਹਿ ਰਹੇ ਹੋ ਕਿ ਉਹਨਾਂ ਨੂੰ ਅਕਲ ਨਹੀਂ ਹੈ, ਉਹ ਚੱਕੇ ਹੋਏ ਤੇ ਕੰਮ ਕਰ ਰਹੇ ਨੇ, ਉਹ ਵਿਰੋਧੀਆਂ ਨੇ ਚੱਕੇ ਨੇ। ਤੁਹਾਡੇ ਚੱਕੇ ਤੇ ਹਜੂਮ ਦੰਗੇ ਕਰ ਸਕਦਾ, ਹੋ ਸਕਦਾ ਦੰਗੇ ਹੁੰਦੇ ਹੋਣ। ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਆਪਣੇ ਆਪ ਨਹੀਂ ਕਰਦੇ, ਅਸੀਂ ਉਂਗਲ ਲਾਉਂਦੇ ਆ ਤਾਂ ਕਰਦੇ ਨੇ। ਜਿਹੜੀ ਹਜੂਮੀ ਹਿੰਸਾ, ਇਹਦਾ ਮਤਲਬ ਭਾਰਤ ਦੀ ਉਹ ਮਾਨਸਿਕਤਾ ਨੂੰ ਦਰਸਾਉਂਦੀ ਹੈ। ਤੇ ਉਹ ਮਾਨਸਿਕਤਾ ਜਦੋਂ ਉੱਥੇ ਆਉਂਦੀ ਹੈ, ਉੱਥੇ ਤੁਸੀਂ ਇਲਜ਼ਾਮ ਦੂਜੇ ਤੇ ਵੀ ਫਿਰ ਉਹੀ ਲਾਉਣਾ ਚਾਹੁੰਦੇ ਹੋ। ਇਹ ਗੁਰੂ ਨਾਨਕ ਦੀ ਸਰਬੱਤ ਦੀ ਭਲੇ ਦੇ ਵਿੱਚੋਂ ਆਈ ਚੀਜ਼ ਹੈ। ਇਹ ਸ਼ਬਦ ਗੁਰੂ ਦੀ ਧਰਤੀ ਤੋਂ ਪੈਦਾ ਹੋਈ ਸਮੂਹਿਕ ਚੇਤਨਾ ਹੈ। ਤੇ ਉਹ ਸਮੂਹਿਕ ਚੇਤਨਾ ਕਿਸੇ ਦੇ ਚੱਕੇ ਤੇ, ਕਿਸੇ ਦੇ ਉਂਗਲ ਲਾਉਣ ਤੇ ਕੋਈ ਬੰਦਾ ਲੰਗਰ ਨਹੀਂ ਛਕਾਉਣ ਲੱਗ ਜਾਂਦਾ। ਕਿਸੇ ਦੇ ਪੁਲਿਸ ਦੀਆਂ ਡਾਂਗਾਂ ਖਾਣ ਦੇ ਬਾਵਜੂਦ ਵੀ ਉਹਨੂੰ ਪਾਣੀ ਨਹੀਂ ਪਿਲਾਉਂਦਾ। ਇਹ ਭਾਈ ਕਨਈਆ ਦੀ ਟ੍ਰੈਡੀਸ਼ਨ ਹੈ। ਨਰਿੰਦਰ ਮੋਦੀ ਸਾਹਿਬ ਇੱਥੇ ਭਾਜਪਾ ਦੇ ਇੰਚਾਰਜ ਬਣ ਕੇ ਪੰਜਾਬ 'ਚ ਕਿੰਨੇ ਸਾਲ ਰਹੇ। ਜੇ ਅੱਜ ਵੀ ਪੰਜਾਬ ਦੀ ਹਿਸਟਰੀ ਤੇ ਰਵਾਇਤ ਪਤਾ ਨਹੀਂ ਲੱਗੀ ਤਾਂ ਫਿਰ ਇਹਦਾ ਮਤਲਬ ਕਦੇ ਨਹੀਂ ਲੱਗਣੀ। ਸਾਰੇ ਸਕੂਲਾਂ 'ਚ ਬੈਠ ਕੇ ਵੀ ਫੇਲ ਹੋਣ ਵਾਲਾ ਬੱਚੇ ਦੀ ਤਰ੍ਹਾਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਕਿਰਪਾ ਕਰਕੇ ਉਹਨਾਂ ਚੀਜ਼ਾਂ ਨੂੰ ਤਸੱਲੀ ਨਾਲ, ਠੀਕ ਤਰੀਕੇ ਨਾਲ ਦੇਖੋ, ਸਮਝੋ, ਬਿਨਾਂ ਸ਼ਰਤ ਦੀ ਗੱਲਬਾਤ ਕਰੋ ਤੇ ਪਿੱਛੇ ਹਟਣ ਦੀ ਟਰਾਈ ਕਰੋ। ਜਿਹੜੇ ਜਿੱਦ ਲੈ ਜਾਂਦੀ ਹੈ ਨਾ, ਜਿੱਦ ਬੜੇ ਬੜੇ ਚੀਜ਼ਾਂ ਨੂੰ ਡੋਬ ਦਿੰਦੀ ਹੈ, ਕੰਟਰੀਆਂ ਨੂੰ ਡੋਬ ਦਿੰਦੀ ਹੈ। ਔਰ ਇਹਦੇ ਤੋਂ ਗੁਰੇਜ਼ ਕਰਨ ਦਾ ਸਵਾਲ ਹੈ। ਬਾਰ-ਬਾਰ ਪ੍ਰਧਾਨ ਮੰਤਰੀ ਜਦੋਂ ਕੋਟਰੀ 'ਚੋਂ ਕੁਝ ਬੰਦਿਆਂ ਨੇ ਬੋਲਣਾ, ਜੇ ਤੁਹਾਡੇ ਬੀਜੇਪੀ ਵਾਲਿਆਂ ਨੂੰ, ਪੰਜਾਬ ਵਾਲਿਆਂ ਨੂੰ ਸਮਝ ਆ ਗਈ ਆ ਹੁਣ, ਜਿਹੜੇ ਉਸ ਲੈਵਲ ਤੇ ਨਹੀਂ ਬੋਲ ਰਹੇ, ਉਹਨਾਂ ਦੀ ਉਹ ਸੁਣ ਲਓ। ਉਦੋਂ ਬਾਅਦ ਮੁੜ ਕੇ ਤੇ ਗੱਲਬਾਤ ਆਪਣੀ ਨੂੰ ਬਦਲੋ, ਆਪਣਾ ਮਿਜਾਜ ਬਦਲੋ। ਪਹਿਲਾਂ ਕਹੋ ਕਿ ਜੇ ਤੁਹਾਡੇ ਤੋਂ ਗਲਤ ਹੋ ਗਿਆ, ਜਮਹੂਰੀਅਤ 'ਚ ਈਨ ਮੰਨਣਾ ਨਹੀਂ ਹੁੰਦਾ। ਹੁਕਮਰਾਨ ਇਹ ਕਹਿੰਦਾ ਕਿ ਮੈਂ ਜਨਤਾ ਜਨਾਰਦਨ ਦੇ ਲਈ ਕੰਮ ਕਰ ਰਿਹਾ, ਜਨਤਾ ਨੂੰ ਨਹੀਂ ਮਨਜ਼ੂਰ ਤੇ ਅਸੀਂ ਠੀਕ ਹੈ ਜੀ ਵਾਪਸ ਲੈ ਲੈਂਦੇ। ਇਹਦੇ ਨਾਲ ਕੀ ਫਰਕ ਪੈਂਦਾ? ਅਪਰੋਚ ਇਹ ਚਾਹੀਦੀ ਹੈ। ਜੇ ਤੁਸੀਂ ਹਉਮੈ 'ਚ, ਡਿਕਟੇਟਰ 'ਚ, ਉਹ ਹਉਮੈ 'ਚ ਭਰੇ ਤੇ ਡਿਕਟੇਟਰ ਨਾਲ ਅਪਰੋਚ ਦੇ ਮੁਤਾਬਕ ਚੱਲੋਗੇ ਤਾਂ ਆਪਣੇ ਦੇਸ਼ 'ਚ ਜਨਤਾ ਨਾਲ ਲੜਾਈ ਤੈਅ ਹੈ। ਤੇ ਜਿਹੜੀ ਲੜਾਈ ਜਾਰੀ ਹੈ ਉਸ ਲੈਵਲ ਤੇ। ਹਮੀਰ ਸਿੰਘ ਜੀ, ਖੇਤੀ ਕਾਨੂੰਨਾਂ ਖਿਲਾਫ ਕਿਸਾਨ ਧਿਰਾਂ ਵੱਲੋਂ ਇਹ ਸੰਘਰਸ਼ ਜਿਹੜਾ ਸੀਗਾ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਸੀ। ਉਹਨਾਂ ਵੱਲੋਂ ਦਿੱਲੀ ਵਿੱਚ ਵੀ ਜਿਹੜਾ ਸੀਗਾ ਰਾਮਲੀਲਾ ਗਰਾਊਂਡ 'ਚ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਦਾ ਜਿਹੜਾ ਐਲਾਨ ਕੀਤਾ ਸੀ। ਪਰ ਕੇਂਦਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਕਿਸਾਨ ਧਿਰਾਂ ਵੱਲੋਂ ਦਿੱਲੀ ਦੇ ਬਾਰਡਰ ਤੇ ਧਰਨਾ ਦਿੱਤਾ ਗਿਆ। ਹੁਣ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈਗਾ ਦਿੱਲੀ ਘੇਰਾਓ ਦਾ ਐਲਾਨ ਕਰ ਦਿੱਤਾ ਹੈ, ਜਿਸ ਲਈ ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਟਰੱਕਾਂ ਦੇ ਟਰੱਕ, ਟਰਾਲੀਆਂ ਦੀ ਟਰਾਲੀਆਂ ਭਰ ਕੇ ਦਿੱਲੀ ਵੱਲ ਜਿਹੜੀਆਂ ਕਿਸਾਨਾਂ ਦੀ ਪਹੁੰਚ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ
ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ। ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ? ਨਹੀਂ, ਪਹਿਲੀ ਤਾਂ ਚੁਣੌਤੀ ਦਿੱਲੀ 'ਚ ਇਹੀ ਹੈ ਕਿ ਇੰਨੀ ਠੰਡ 'ਚ ਜਦੋਂ ਅੰਦਰ ਵੀ ਲੋਕ ਰਜਾਈਆਂ ਲੈ ਕੇ ਸੌਂ ਰਹੇ ਹੋਣ, ਬਾਕੀ ਹੈ ਤੇ ਐ ਰੜੇ ਮੈਦਾਨ ਰਹਿਣਾ, ਜੀ ਇਹ ਚੁਣੌਤੀ ਹੁੰਦੀ ਹੈ ਬਹੁਤ ਵੱਡੀ ਬਾਹਰ। ਪਰ ਇਹ ਚੁਣੌਤੀ ਕਿਵੇਂ ਕਿਸਾਨ ਪੂਰੀ ਕਰਦਾ, ਕਿਉਂਕਿ ਉਹਨੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਫਸਲਾਂ ਨੂੰ ਪਾਣੀ ਲਾਇਆ ਹੁੰਦਾ। ਜੀ ਠੀਕ ਹੈ, ਉਹ ਇੰਨਾ ਮਤਲਬ ਪੋਲਾ ਤੇ ਚਿਕਨਾ ਨਹੀਂ ਹੈ, ਉਹ ਹਾਰਡ ਵਰਕ ਕਰ ਰਿਹਾ ਤੁਹਾਡੇ ਸਾਹਮਣੇ ਹੈ ਤੇ ਉਹ ਤਾਂ ਸਰਵਾਈਵ ਕਰ ਰਿਹਾ, ਨਹੀਂ ਤਾਂ ਨਹੀਂ ਹੈ। ਉੱਥੋਂ ਲੋਕ ਭੱਜ ਜਾਂਦੇ ਤੇ ਲੋਕ ਆ ਜਾਂਦੇ ਜਿਹੜੇ ਸੌਖੀ ਜ਼ਿੰਦਗੀ ਵਾਲੇ ਨੇ। ਇਹਦੇ ਤੋਂ ਪਤਾ ਲੱਗਦਾ ਕਿ ਉਹਦੀ ਜ਼ਿੰਦਗੀ ਕਿੰਨੀ ਟਫ ਹੈ, ਅੱਜ ਵੀ ਕਿੰਨੀ ਉਸ ਲੈਵਲ ਦੀ ਗੱਲ ਹੈ। ਅਗਲੀ ਗੱਲ ਇਹ ਹੈ ਕਿ ਉਹਨੇ ਕਦੇ ਉਹ ਇਸ ਸੱਭਿਆਚਾਰ ਚੋਂ ਗਿਆ ਨਹੀਂ ਕਿ ਉਹ ਹਾਰ ਜੇ। ਉਹ ਧਰਤੀ ਦਾ ਪੁੱਤਰ ਹੈ ਤੇ ਧਰਤੀ ਦੀਆਂ ਬੇਟੀਆਂ ਨੇ। ਧਰਤੀ ਹਮੇਸ਼ਾ ਮਤਲਬ ਇੱਕ ਜੜ੍ਹਾਂ ਦੀ ਗੱਲ ਕਰਦੀ ਹੈ, ਜਿਹਦੀ ਜੜ ਲੱਗੀ ਹੁੰਦੀ ਹੈ ਤੇ ਉਹਨੂੰ ਹਰਾਉਣਾ, ਮੈਨੂੰ ਲੱਗਦਾ ਮੋਦੀ ਸਾਹਿਬ ਗਲਤ ਟੱਕਰ ਲੈ ਰਹੇ ਨੇ ਤੇ ਗਲਤ ਟਾਈਪ ਦਾ ਤਰੀਕਾ, ਗਲਤ ਲੇਬਲ ਠਹਿਰਾ ਰਹੇ ਨੇ। ਔਰ ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਅੱਤਵਾਦੀ, ਕਿਸੇ ਨੂੰ ਕੁਛ ਤੇ ਬਿਨਾਂ ਮਤਲਬ ਦੇ ਲੇਬਲ ਇਹ ਛੁੱਟਦੇ ਨੇ ਤੇ ਉਹ ਲੈ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਜਿਹੜੇ ਲੇਬਲ ਨੇ। ਕੋਸ਼ਿਸ਼ ਹੋ ਗਈ ਇਹਦੇ ਚੋਂ, ਲੱਗਦਾ ਇਹ ਹੈ ਕਿ ਸਾਰੇ ਹਥਿਆਰ ਖਤਮ ਹੋਣ ਤੋਂ ਬਾਅਦ ਸਰੈਂਡਰ ਕਰੂਗੀ ਗਵਰਨਮੈਂਟ ਆਫ ਇੰਡੀਆ, ਸ਼ਾਇਦ ਉਦੋਂ ਪਹਿਲਾਂ ਨਾ ਕਰ ਸਕੇ। ਹਾਂ, ਕਿਸਾਨ ਅੰਦੋਲਨ ਦੇ ਲੀਡਰਸ਼ਿਪ ਦੀ ਇਹ ਬਹੁਤ ਬੜੀ ਜ਼ਿੰਮੇਵਾਰੀ ਹੈ। ਮੈਂ ਇਹ ਮਹਿਸੂਸ ਕਰਦਾ ਕਿ ਫਿਲਹਾਲ ਜਿੱਡਾ ਵੱਡਾ ਇਹ ਅੰਦੋਲਨ ਹੋ ਗਿਆ, ਅਜੇ ਤੱਕ ਸਾਡੀ ਲੀਡਰਸ਼ਿਪ ਉਸ ਵੱਡੇ ਸਾਈਜ਼ ਦੀ ਨਹੀਂ ਹੈ। ਪੋਲੀਟੀਕਲ ਤੇ ਕਿਸਾਨ ਉਹਨੂੰ ਹੋਰ ਜ਼ਿਆਦਾ ਮਤਲਬ ਆਪਣੇ ਆਪ ਨੂੰ ਮੋਕਲਾ, ਆਪਣੇ ਆਪ ਦੀ ਚੇਤਨਾ ਦਾ ਲੈਵਲ, ਆਪਣੇ ਆਪ ਦਾ ਹੋਰ ਖੁੱਲ੍ਹਾਪਣ ਹੋਰ ਲਿਆਉਣਾ ਪਏਗਾ ਤਾਂ ਕਿ ਸਭ ਕੁਝ ਉਹ 'ਚ ਸਮਾ ਜੇ। ਸਰਬੱਤ ਦੇ ਭਲੇ 'ਚ ਈਗੋ ਨਹੀਂ ਚੱਲਦੀ ਹੁੰਦੀ ਕਿ ਮੇਰੀ ਜਥੇਬੰਦੀ ਵੱਡੀ, ਮੇਰੀ ਜਥੇਬੰਦੀ ਛੋਟੀ, ਮੇਰੀ ਗੱਲ ਮੰਨੋ, ਉਹਦੀ ਗੱਲ ਮੰਨੋ। ਉੱਥੇ ਸਾਰੀਆਂ ਧਿਰਾਂ ਦੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਇੱਕ ਸੁਰਤਾ ਦੀ ਗੱਲ ਹੋਣੀ ਚਾਹੀਦੀ ਹੈ ਤੇ ਉਹ ਇੱਕ ਸੁਰਤਾ ਵੱਲ ਚੱਲਿਆ ਹੋਇਆ ਜਿਹੜਾ ਅੰਦੋਲਨ ਹੈ ਉਹ ਲਾਜ਼ਮੀ ਹੈ, ਹਮੇਸ਼ਾ ਲੜਾਈਆਂ ਜਿੱਤਦਾ ਕਿਉਂਕਿ ਉਹਦੀ ਸਟਰੈਂਥ ਵੱਧਦੀ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਹੁਣ ਦੇਸ਼ ਦੇ ਵਿੱਚੋਂ ਕਿਸਾਨ ਚੱਲੇ ਨੇ ਅਲੱਗ-ਅਲੱਗ ਥਾਵਾਂ ਤੋਂ, ਔਰ ਜਿਹੜਾ ਮੀਡੀਆ ਮਤਲਬ ਦਿੱਲੀ ਦਾ ਜਿਹੜਾ ਇਹ ਕਹਿੰਦੇ ਸੀ ਕਿਸਾਨਾਂ ਦੀ ਗੱਲ ਨਹੀਂ ਕਰਦਾ, ਉਹਨੂੰ ਵੀ ਮਜਬੂਰੀ 'ਚ ਗੱਲ ਕਰਨੀ ਪੈ ਰਹੀ ਹੈ। ਜਦੋਂ ਉਹ ਗੱਲ ਤਾਂ ਕਰਨੀ ਪੈ ਰਹੀ ਹੈ ਜਦੋਂ BBC ਤੇ ਅਲ ਜਜ਼ੀਰਾ ਵਰਗਿਆਂ ਤੇ ਰਿਪੋਰਟਾਂ ਹੋ ਰਹੀਆਂ ਨੇ ਇੰਟਰਨੈਸ਼ਨਲ ਮੀਡੀਆ ਤੇ, ਤਾਂ ਕਈ ਵਾਰ ਸੰਗ ਸ਼ਰਮ ਵੀ ਆਉਂਦੀ ਹੈ, ਚਾਹੇ ਉਹ ਕਿਸੇ ਦੇ ਕੰਟਰੋਲ ਦੇ ਵਿੱਚ ਹੋਵੇ। ਔਰ ਇਹ ਇੱਕ ਪ੍ਰਭਾਵ ਹੈ ਇਸ ਅੰਦੋਲਨ ਦਾ। ਇਸ ਪ੍ਰਭਾਵ ਨੂੰ ਬਰਕਰਾਰ ਜਿੰਨੀ ਜਗ੍ਹਾ ਸਬਰ ਸੰਤੋਖ ਨਾਲ ਰੱਖਿਆ ਜਾਏਗਾ, ਸ਼ਾਂਤਮਈ ਤਰੀਕੇ ਦਾ, ਇੱਕ ਨਵੇਂ ਟਾਈਪ ਦੀ ਊਰਜਾਵਾਨ ਲੀਡਰਸ਼ਿਪ ਜਿਹੜੀ ਇਹਦੇ ਨਾਲ ਜੁੜ ਕੇ ਚੱਲੇਗੀ ਇਸੇ ਪਹਿਲੀ ਲੀਡਰਸ਼ਿਪ ਦੇ ਨਾਲ, ਉਹਦਾ ਔਰ ਇੱਕ ਸਾਂਝੇ ਟਾਈਪ ਦੀ ਮਾਨਸਿਕਤਾ ਦਾ ਜਿਹੜਾ ਜਿਵੇਂ ਜਿਵੇਂ ਹੋਰ ਜ਼ਿਆਦਾ ਥਿੱਕ ਹੁੰਦੀ ਜਾਏਗੀ ਔਰ ਇਹ ਪਨਪ ਰਹੀ ਹੈ। ਹਰ ਬੰਦਾ ਜਿਹੜਾ ਧਰਨੇ 'ਚ ਬੈਠਾ ਹੈ ਉਹ ਬੰਦਾ ਇਕੱਲਾ ਨਹੀਂ ਹੈ, ਉਹ ਟੋਟਲ ਹਜੂਮ ਉਹ ਤੇ ਪਿੱਛੇ ਬੈਠੇ ਸਾਰੇ 3 ਕਰੋੜ ਪੰਜਾਬੀ ਜਾਂ ਕਰੋੜਾਂ ਭਾਰਤ ਦੇ ਜਿਹੜੇ 60 ਕਰੋੜ ਬਾਕੀ ਲੋਕ ਨੇ, ਉਹ ਵੀ ਉਹਦੀ ਉਹ ਗੱਲ ਕਰ ਰਹੇ ਨੇ, ਉੱਥੇ ਬੈਠੇ ਦੀ ਉਹਦੀ ਉਹ ਗੱਲ ਕਰ ਰਹੇ ਨੇ, ਉਹਦੇ ਬਾਰੇ ਸੋਚ ਰਹੇ ਨੇ, ਉਹ ਅੰਦੋਲਨ ਕਿਵੇਂ ਹੋਵੇ ਕਿਵੇਂ ਨਾ ਹੋਵੇ, ਇਹ ਸਾਰੀਆਂ ਗੱਲਾਂ ਉੱਥੇ ਨੇ। ਉਹਨੇ ਪੂਰੀ ਕਲਪਨਾ ਉਹਨੂੰ ਉੱਥੇ ਜੋੜ ਰੱਖਿਆ ਤੇ ਉਸ ਜੁੜਨ ਦੇ ਵਿੱਚੋਂ ਹੀ ਹੈ ਵੀ ਜੇ ਇੱਕ ਤੇ ਅਟੈਕ ਹੁੰਦਾ, ਤੁਸੀਂ ਦੇਖਿਆ ਹੋਣਾ ਕਿ ਜੇ ਪੁਲਿਸ ਵਾਲਾ ਇੱਕ ਦੇ ਡੰਡੇ ਮਾਰਨ ਲੱਗਦਾ ਤਾਂ ਟਰੈਕਟਰ ਆਲੇ ਦੁਆਲੇ ਘੁੰਮ ਜਾਂਦਾ, ਦੂਜਿਆਂ ਤੇ ਪਾਣੀ ਆਉਂਦਾ ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਇਹ ਇੱਕ ਸੁਰਤ ਹੈ ਦਿਮਾਗ ਦੀ, ਇਹ ਇੱਕ ਸੁਰਤਾ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਨੂੰ ਹਰਾਉਣ ਦੀ ਤਾਕਤ ਰੱਖਦੀ ਹੈ। ਬਸ ਇਹ ਬਣੀ ਰਹੇ ਤੇ ਹੋਰ ਮਜ਼ਬੂਤ ਹੋਵੇ, ਇਹ ਜ਼ਿੰਮੇਵਾਰੀ ਅੰਦੋਲਨ ਦੇ ਲੀਡਰਾਂ ਦੀ ਹੈ। ਤੇ ਬਾਕੀ ਤਾਂ ਸਰਕਾਰਾਂ ਦਾ ਤਾਂ ਆਪਣਾ ਆਪਣਾ ਕੰਮ ਜਿਵੇਂ ਚੱਲਦਾ ਚੱਲਣਾ, ਤੇ ਹਥਿਆਰ ਜਦੋਂ ਫੌਜਾਂ ਦਾ ਜ਼ੋਰ ਦੋਨਾਂ ਦਾ ਲੱਗ ਜਾਂਦਾ ਤਾਂ ਜਿਹੜੀ ਨੈਗੇਟਿਵ ਹੁੰਦੀ ਹੈ, ਨੈਗੇਟਿਵ ਵਿੱਚੋਂ ਹਮੇਸ਼ਾ ਹਾਰ ਜਾਂਦਾ ਉਸ ਦੇ ਸਾਹਮਣੇ। ਔਰ ਇਹੀ ਉਮੀਦ ਹੈ ਖਾਸ ਤੌਰ ਤੇ ਗੁਰਪਰਬ ਦੇ ਸਵਾਲ ਤੇ ਗੁਰੂ ਸਾਹਿਬ ਦੇ ਇੱਕ ਅਪਰੋਚ ਜਿਸ ਲੈਵਲ ਦੀ ਦੱਸੀ ਔਰ 10 ਗੁਰੂਆਂ ਤੱਕ ਆਉਂਦੇ ਆਉਂਦੇ ਜਿਸ ਤਰ੍ਹਾਂ ਦੀ ਲੜਾਈ ਲੜੀ, ਜਿਸ ਟਾਈਪ ਦੀ ਕੁਰਬਾਨੀ ਸਾਡੇ ਸਾਹਮਣੇ ਹੈ, ਜਿਸ ਟਾਈਪ ਦਾ ਇਤਿਹਾਸ ਸਾਡੇ ਸਾਹਮਣੇ ਹੈ, ਤੇ ਸ਼ਾਇਦ ਉਹ ਇਤਿਹਾਸ ਬਾਰ-ਬਾਰ ਮੋਟੀਵੇਟ ਕਰੇਗਾ, ਪ੍ਰੇਰਿਤ ਕਰੇਗਾ ਅੰਦੋਲਨ ਨੂੰ ਵੀ। ਔਰ ਜਿਹੜੇ ਵਿਰੋਧੀ ਸੀ, ਚਾਹੇ ਉਹ ਔਰੰਗਜ਼ੇਬ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਦੁਰਾਨੀ ਸੀ, ਸਭ ਨੇ ਮੰਨ ਵੀ ਲਿਆ ਸੀ। ਅਬਦਾਲੀ ਦੁਰਾਨੀ ਨੂੰ ਤਾਂ ਇਹ ਲਿਖਣਾ ਵੀ ਪਿਆ ਕਿ ਕਿਹੋ ਜਿਹੇ ਲੋਕ ਨੇ, ਮਤਲਬ ਕਿਹੋ ਜਿਹੇ ਨੇ, ਇਹੋ ਜਿਹੇ ਕਿਹੋ ਜਿਹੀ ਧਰਤੀ ਤੇ ਰਹਿੰਦੇ ਨੇ। ਤੇ ਪਰ ਸ਼ਾਇਦ ਮੋਦੀ ਸਾਹਿਬ ਨੂੰ ਵੀ ਪੜ੍ਹੇ ਲਿਖੇ ਨੇ, ਪਤਾ ਹੈ ਸਾਰਾ ਏਰੀਆ ਘੁੰਮਦੇ ਨੇ। ਮੈਨੂੰ ਲੱਗਦਾ ਜਿੰਨੀ ਜਲਦੀ ਸਮੱਤ ਆ ਜੇ ਤਾਂ ਚੰਗੀ ਗੱਲ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।